ਇਹ ਮੈਡਲ ਕੀ ਆਤੰਕਵਾਦੀ ਲਾ ਕੇ ਘੁੰਮਦੇ ਨੇ ਇੱਥੇ, ਜਿਸ ਤਰੀਕੇ ਨਾਲ ਗੋਦੀ ਮੀਡੀਆ ਕਹਿ ਰਿਹਾ। ਉਹੀ ਦੱਸ ਰਿਹਾ ਤੁਹਾਨੂੰ, ਮੇਰੀ 3 ਪੁਸ਼ਤਾਂ ਆਰਮੀ ਦੇ ਵਿੱਚ ਰਹੀਆਂ ਨੇ। ਮੈਂ ਇਕੱਲਾ ਪੰਜਾਬ ਪੁਲਿਸ ਵਿੱਚ ਆਇਆ। 3 ਪੁਲਿਸ ਮੈਡਲ ਗਵਾਹ ਗੈਲੰਟਰੀ ਲਏ ਹੋਏ ਨੇ ਜਿਹੜੇ ਕਿ ਵੀਰ ਚੱਕਰ ਦੇ ਬਰਾਬਰ ਨੇ। ਉਹ ਮੇਰੇ ਕੋਲ 3 ਨੇ। ਕੀ ਅੱਤਵਾਦੀਆਂ ਨੂੰ ਮਿਲਦੇ ਨੇ? ਸਾਨੂੰ ਦੇਸ਼ ਚਲਾਉਣ ਵਾਲਾ ਆਦਮੀ ਚਾਹੀਦਾ ਹੈ, ਨਾ ਕਿ ਦੇਸ਼ ਵੇਚਣ ਵਾਲਾ। ਤੁਸੀਂ ਇੱਥੇ ਆਏ ਹੋ, ਕਦ ਨਹੀਂ ਕੀ ਆਉਂਦਾ, ਜ਼ਮੀਨ ਨਹੀਂ ਸੌਣ ਦਿੰਦਾ ਕਿ ਵਾਕਈ ਸਵਾਲ ਹੋਣਗੇ ਬੱਚਿਆਂ ਵੱਲੋਂ ਜਦੋਂ ਭਵਿੱਖ 'ਚ ਜਾ ਕੇ ਇੱਕ ਚੀਜ਼ ਖੋਲੀ ਜਾਏ, ਤੁਹਾਡਾ ਘਰ ਹੀ ਖੋਲਿਆ ਜਾਏ ਤੇ ਬੱਚੇ ਨੇ ਤੇ ਕਹਿਣਾ ਵੀ ਉਦੋਂ ਤੁਸੀਂ ਉੱਠੇ ਕਿਉਂ ਨਹੀਂ, ਆਪਣਾ ਲੜਾਈ ਕਿਉਂ ਨਹੀਂ ਕੀਤੀ। ਮੈਡਲ ਜਿੱਤੇ ਹੋਏ ਨੇ, ਤੁਸੀਂ ਦੇਸ਼ ਨੂੰ, ਤੁਸੀਂ ਦੇਸ਼ ਦੀ ਸੇਵਾ ਕੀਤੀ ਹੋਈ ਹੈ, ਜਦੋਂ ਤੁਸੀਂ ਆਪਦਾ ਹੱਕ ਮੰਗਣ ਲੱਗ ਪੈਂਦੇ ਹੋ ਫਿਰ ਇਸ ਤਰੀਕੇ ਨਾਲ ਸਲੂਕ ਕਿਉਂ ਕੀਤਾ ਜਾਂਦਾ ਹੈ? ਜੋ ਵੀ ਇਸ ਕੁਦਰਤ ਨੇ ਚੀਜ਼ ਇੱਥੇ ਬਣਾਈ ਹੈ ਉਹਨੂੰ ਲੈਣ ਵਾਸਤੇ ਤੁਹਾਨੂੰ ਲੜਾਈ ਕਰਨੀ ਪੈਂਦੀ ਹੈ। ਇਹ ਤੇ ਮੈਂ ਕਿਸਾਨਾਂ ਨੂੰ ਬਹੁਤ ਧੰਨਵਾਦ ਕਰਨਾ ਵੀ ਇਹਨਾਂ ਨੇ ਇਹਨੂੰ ਨਾਨ ਪੋਲੀਟੀਕਲ ਮੂਵ ਰੱਖਿਆ। ਜੇ ਪੋਲੀਟੀਕਲ ਹੁੰਦਾ ਤਾਂ ਹੁਣ ਤੱਕ ਸ਼ਾਇਦ ਇਹ ਖਤਮ ਹੋ ਜਾਂਦਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਵਿਜੇ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਜਿਵੇਂ ਜਿਵੇਂ ਧਰਨਾ ਜਿਹੜਾ ਅੱਗੇ ਵੱਧਦਾ ਜਾ ਰਿਹਾ ਉਸ ਤਰੀਕੇ ਨਾਲ ਹੀ ਅਲੱਗ-ਅਲੱਗ ਵਿਅਕਤੀ ਇੱਥੇ ਸਟੇਜ ਤੇ ਆ ਕੇ ਆਪਣਾ ਸਮਰਥਨ ਦੇ ਰਹੇ ਨੇ। ਤੁਹਾਨੂੰ ਅਸੀਂ 2 ਸ਼ਖਸ ਨੂੰ ਮਿਲਾਵਾਂਗੇ ਜੋ ਦੇਸ਼ ਦੀ ਸੇਵਾ ਕਰ ਚੁੱਕੇ ਨੇ। ਇੱਕ ਪੰਜਾਬ ਪੁਲਿਸ 'ਚੋਂ ਰਿਟਾਇਰ ਨੇ, ਦੂਸਰੇ ITBP 'ਚੋਂ ਰਿਟਾਇਰ ਨੇ। ਆਪਾਂ ਦੋਨਾਂ ਨਾਲ ਗੱਲਬਾਤ ਕਰਾਂਗੇ, ਸਮਰਥਨ ਦੇਣ ਆਏ ਨੇ। ਉਸ ਤੋਂ ਪਹਿਲਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜੋ ਮੈਡਲ ਲੱਗਣ ਦਿਖਾ ਦੇਣ। ਬੜਾ ਜ਼ਿਕਰ ਹੁੰਦਾ, ਬੜੀ ਇਹ ਵੀ ਚੀਜ਼ ਇੱਥੇ ਚੱਲਦੀ ਹੈ ਕਿ ਜੋ ਵਿਅਕਤੀ ਇੱਥੇ ਆਏ ਨੇ ਉਹ ਆਤੰਕਵਾਦੀ ਨੇ। ਮੈਂ 2 ਦਿਨ ਪਹਿਲਾਂ ਵੀ TV ਚੈਨਲ ਗੋਦੀ ਮੀਡੀਆ ਦੇਖ ਰਿਹਾ ਸੀ, ਕਹਿ ਰਹੇ ਸੀ ਕਿ ਆਤੰਕਵਾਦੀ ਨੇ। ਜੇ ਮੈਡਲ ਲੱਗਿਆ ਕੋਈ ਵਿਅਕਤੀ ਇੱਥੇ ਆ ਰਿਹਾ, ਜੇ ਕੋਈ ਆਤੰਕਵਾਦੀ ਸਮਝ ਰਿਹਾ ਤਾਂ ਸ਼ਰਮ ਵਾਲੀ ਗੱਲ ਉਸ ਵਾਸਤੇ ਜੋ ਇਹੋ ਜਿਹੀਆਂ ਗੱਲਾਂ ਕਹਿੰਦਾ। ਆਪਾਂ ਇਹਨਾਂ ਨਾਲ ਦੋਨਾਂ ਨਾਲ ਹੀ ਗੱਲਬਾਤ ਕਰਾਂਗੇ। ਸਰ, ਤੁਹਾਡਾ ਪਹਿਲਾ ਨਾਮ ਕੀ? ਮੇਰਾ ਨਾਮ ਸੁਖਤੰਤਰਪਾਲ ਸਿੰਘ ਹੈ ਜੀ। ਮੈਂ ਚੰਡੀਗੜ੍ਹ ਨੂੰ ਬਿਲੋਂਗ ਕਰਦਾ। ਮੈਂ ਓਰੀਜਨਲੀ CRPF ਦੇ ਵਿੱਚ ਸੀਗਾ ਤੇ ਬਾਅਦ 'ਚ ਪੰਜਾਬ ਪੁਲਿਸ ਜੁਆਇਨ ਕਰਕੇ ਮੈਂ DIG ਰਿਟਾਇਰ ਹੋਇਆ। ਮੈਂ ਸਰ ਉਸ ਤੋਂ ਪਹਿਲਾਂ ਇੱਕ ਸਵਾਲ ਹੈ, ਮਾਫ ਕਰਨਾ। ਜਿਵੇਂ ਸਰ ਨੇ ਮੈਡਲ ਲਗਾਏ ਹੋਏ ਨੇ, ਇਹ ਮੈਡਲ ਕੀ ਆਤੰਕਵਾਦੀ ਲਾ ਕੇ ਘੁੰਮਦੇ ਨੇ ਇੱਥੇ, ਜਿਸ ਤਰੀਕੇ ਨਾਲ ਗੋਦੀ ਮੀਡੀਆ ਕਹਿ ਰਿਹਾ। ਉਹੀ ਦੱਸ ਰਿਹਾ ਤੁਹਾਨੂੰ, ਮੈਂ ਕਿਸਾਨ ਦਾ ਬੇਟਾ ਹਾਂ। ਮੇਰੀ 3 ਪੁਸ਼ਤਾਂ ਆਰਮੀ ਦੇ ਵਿੱਚ ਰਹੀਆਂ ਨੇ। ਮੈਂ ਇਕੱਲਾ ਪੰਜਾਬ ਪੁਲਿਸ ਵਿੱਚ ਆਇਆ ਔਰ ਮੈਂ ਫਖਰ ਮਹਿਸੂਸ ਕਰਦਾ ਕਿ ਮੇਰੀ ਫੈਮਿਲੀ ਦੇ ਵਿੱਚ 1 ਨਹੀਂ 2 ਫਰੀडम ਫਾਈਟਰ ਨੇ ਜਿਨ੍ਹਾਂ ਨੂੰ ਕਿ ਸੈਂਟਰ ਵੱਲੋਂ ਤਾਮਰ ਪੱਤਰ ਮਿਲਿਆ ਹੋਇਆ ਸੀਗਾ। ਔਰ ਮੈਂ ਆਪ ਖੁਦ 3 ਪੁਲਿਸ ਮੈਡਲ ਗਵਾਹ ਗੈਲੰਟਰੀ ਲਏ ਹੋਏ ਨੇ ਜਿਹੜੇ ਕਿ ਵੀਰ ਚੱਕਰ ਦੇ ਬਰਾਬਰ ਨੇ। ਉਹ ਮੇਰੇ ਕੋਲ 3 ਨੇ। ਇਹ ਮੇਰੇ ਨਾਲ ਅਫਸਰ ਖੜੇ ਨੇ, ITBP ਦੇ ਅਫਸਰ ਨੇ, ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਇਹਨਾਂ ਨੇ ਵੀ 3 ਮੈਡਲ ਲਏ ਹੋਏ ਨੇ, ਗੈਲੰਟਰੀ ਮੈਡਲ। ਇਹ ਕੀ ਅੱਤਵਾਦੀਆਂ ਨੂੰ ਮਿਲਦੇ ਨੇ? ਇਹ ਇੰਡੀਅਨ ਗਵਰਨਮੈਂਟ ਕੀ ਅੱਤਵਾਦੀਆਂ ਨੂੰ ਮੈਡਲ ਦਿੰਦੀ ਹੈ? ਇਹ ਕਿਸਾਨ ਜਿਹੜੇ ਇੰਨੀ ਪੀਸਫੁਲ ਐਜੀਟੇਸ਼ਨ ਕਰ ਰਹੇ ਨੇ, ਕਿਉਂ ਕਰ ਰਹੇ ਨੇ? ਮੈਂ ਕਿਉਂ ਇੱਥੇ ਆਇਆ? ਮੈਂ ਸਰਵੇਸ ਕਰਕੇ ਆਇਆ ਕਿ ਕੱਲ੍ਹ ਨੂੰ ਮੇਰੀ ਔਲਾਦ ਮੈਨੂੰ ਇਹ ਨਾ ਕਹੇ ਕੀ ਕੀਤਾ ਸੀ, ਕਿ ਤੁਸੀਂ ਕੀ ਕੀਤਾ ਉਸ ਵੇਲੇ। ਕੀ ਚੁਗਲੀਆਂ ਪਾ ਕੇ ਬੈਠੇ ਤੁਸੀਂ ਉਸ ਵੇਲੇ, ਜਿਸ ਵੇਲੇ ਕਿਸਾਨ ਦੀ ਜ਼ਮੀਨ ਖੋਈ ਜਾ ਰਹੀ ਸੀਗੀ। ਤੇ ਉਹ ਸਾਡੀ ਪੀੜ੍ਹੀ ਨੂੰ ਸਾਰੀ ਲਾਹਨਤਾਂ ਪਾਉਣਗੇ ਜੇ ਅਸੀਂ ਅੱਜ ਨਹੀਂ ਬੋਲਾਂਗੇ ਤਾਂ। ਤੇ ਮੈਂ ਇਹ ਕਾਨੂੰਨ ਦੇ ਬਿਲਕੁਲ ਖਿਲਾਫ ਹੈ, ਸ਼ਰੇਆਮ ਖਿਲਾਫ ਹੈ। ਜੋ ਸਾਨੂੰ ਚੀਜ਼ ਨਹੀਂ ਚਾਹੀਦੀ ਸਾਨੂੰ ਕਿਉਂ ਧੱਕੇ ਨਾਲ ਦੇ ਰਹੇ ਹੋ? ਮੈਂ ਖੀਰ ਨਹੀਂ ਖਾਣੀ ਚਾਹੁੰਦਾ, ਮੈਨੂੰ ਰੋਟੀ ਚਾਹੀਦੀ, ਮੈਂ ਰੋਟੀ ਖਾਣ ਦਿਓ। ਮੈਨੂੰ ਕਿਉਂ ਖੀਰ ਧੱਕੇ ਨਾਲ ਖਵਾ ਰਹੇ ਹੋ ਤੁਸੀਂ? ਕਾਨੂੰਨ ਦੇ ਬਾਰੇ ਸਾਨੂੰ ਪੁੱਛਿਆ ਨਹੀਂ ਗਿਆ, ਅਸੀਂ ਮੰਗੇ ਨਹੀਂ, ਸਾਨੂੰ ਧੱਕੇ ਨਾਲ ਦੇਈ ਜਾ ਰਹੇ ਹੋ ਤੁਸੀਂ। ਇਹ 'ਚ ਤੁਹਾਨੂੰ ਦਿਖਾਈ ਦੇ ਰਿਹਾ। ਉਹ ਤਾਂ ਬੜਾ ਕਲੀਅਰ ਹੈਗਾ। ਮੋਦੀ ਨੇ ਸਰਕਾਰ ਆਉਣ ਤੋਂ ਪਹਿਲਾਂ ਕਿਹਾ ਮੈਂ ਤਾਂ ਬਣਿਆ ਹੂੰ, ਮੈਂ ਹਮੇਸ਼ਾ ਪ੍ਰੋਫਿਟ ਦੇਖਤਾ ਹੂੰ। ਤਾਂ ਉਹੀ ਬਣੀਆਂ ਕਰੀ ਦਿਖਾ ਰਿਹਾ। ਸਾਨੂੰ ਦੇਸ਼ ਚਲਾਉਣ ਵਾਲਾ ਆਦਮੀ ਚਾਹੀਦਾ ਹੈ, ਨਾ ਕਿ ਦੇਸ਼ ਵੇਚਣ ਵਾਲਾ। ਇਸ ਕਰਕੇ ਦੇਸ਼ ਚਲਾਉਣ ਵਾਲਾ ਆਦਮੀ ਭਾਲਦੇ ਆ। ਸਾਡੇ ਕਾਨੂੰਨ ਵਾਪਸ ਕਰ ਲਓ, ਅਸੀਂ ਵਾਪਸ ਚੱਲ ਜਾਈਏ। ਤੁਹਾਡਾ ਵੀ ਧੰਨਵਾਦ, ਸਾਡਾ ਵੀ ਧੰਨਵਾਦ। ਸਰ, ਇੱਕ ਹੋਰ ਗੱਲ ਹੈ, ਜਿਵੇਂ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਕਿ ਬੱਚੇ ਕੀ ਕਹਿਣਗੇ ਆਉਣ ਵਾਲੇ ਸਮੇਂ 'ਚ, ਭਵਿੱਖ ਸਾਨੂੰ ਕੀ ਕਹੂਗਾ। ਲੱਗਦਾ ਕਿ ਜ਼ਮੀਰਾਂ ਵਾਲੇ ਕੋਈ ਜ਼ਮੀਰ ਹੈਗਾ, ਅਸੀਂ ਤਾਂ ਇੱਥੇ ਆਏ। ਇੱਕ ਨਹੀਂ, ਕਰੀਬ 40 ਧੰਦੇ ਹੋਰ ਜੁੜੇ ਹੋਏ ਨੇ। ਕਿਸਾਨ ਹੈ ਤਾਂ ਪੰਪ ਵੀ ਚੱਲਦੇ ਨੇ, ਕਿਸਾਨ ਹੈ ਤਾਂ ਟਰੱਕ ਵੀ ਚੱਲਦੇ ਨੇ, ਕਿਸਾਨ ਹੈ ਤਾਂ ਇੰਡਸਟਰੀ ਵੀ ਚੱਲਦੀ ਹੈ। ਕਿਸਾਨ ਦੀ ਇੰਡਸਟਰੀ ਦੇ ਨਾਲ ਬਹੁਤ ਵੱਡਾ ਸਾਥ ਹੈ। ਕਿਸਾਨ ਦੀ ਇਕੱਲੀ ਨਹੀਂ ਉਪਜ ਨਿਕਲਦੀ ਹੈ, ਉਹਦੇ ਤੋਂ ਖਾਦ ਬਣੇਗੀ, ਉਹਦੇ ਤੋਂ ਸਮਾਨ ਬਣੇਗਾ, ਉਹ ਹੀ ਚੱਲਣਗੀਆਂ ਫੈਕਟਰੀਆਂ ਵੀ। ਤੇ ਕਿਸਾਨ ਇਕੱਲਾ ਨਹੀਂ ਖੜਦੇ, ਕਿਸਾਨ ਤੇ ਮਜ਼ਦੂਰ ਇਹ ਜਦ ਤੱਕ ਨਹੀਂ ਇਕੱਠੇ ਹੋਣਗੇ। ਔਰ ਅੱਜ ਸਾਰੇ ਉਹੀ ਨੇ, ਇਹ ਸਾਰੇ ਉਹੀ ਨੇ, ਕਿਸਾਨ ਤੇ ਮੌਜੂਦ। ਮੈਂ ਸਰ ਤੁਹਾਡਾ ਨਾਮ ਜਾਣਨਾ ਚਾਹੁੰਦਾ। ਨਾਮ HS ਗੁਰਾਇਆ। ਸਰ, ਕਿੱਥੇ ਕਿਹੜੀ ਪੋਸਟ ਤੁਸੀਂ ਹੁਣ ਸਮੇਂ? ਇੰਸਪੈਕਟਰ ਜਨਰਲ ਪੋਸਟ ਤੇ ਰਿਟਾਇਰ ਹੋਇਆ ITBP ਤੋਂ। ਸਰ, ਮੇਰਾ ਇੱਕ ਸਵਾਲ ਹੈ ਕਿ ਜਿਵੇਂ ਮੈਂ ਕੱਲ੍ਹ ਪਰਸੋਂ ਵੀ ਦੇਖ ਰਿਹਾ ਸੀ ਕਿ ਲਗਾਤਾਰ ਇਹ ਪ੍ਰਚਾਰ ਕੀਤਾ ਜਾ ਰਿਹਾ, ਹੁਣ ਵੀ ਨਹੀਂ ਬਾਜ਼ ਆ ਰਿਹਾ। ਗੋਦੀ ਮੀਡੀਆ ਤੇ IT ਸੈੱਲ ਵਾਲੇ ਉਹ ਕਹਿੰਦੇ ਨੇ ਕਿ ਆਤੰਕਵਾਦੀ ਆਏ ਨੇ। ਮੈਂ ਸਪਸ਼ਟ ਸਵਾਲ ਹੈ, ਤੁਸੀਂ ਇਹ ਦੇਸ਼ ਲਈ ਸੇਵਾ ਕੀਤੀ ਹੈ, ਮੈਂ
ਕਿਸੇ ਨੂੰ ਵੀ ਪਹਿਲਾਂ ਵੀ ਜਿਵੇਂ ਮੈਂ ਜ਼ਿਕਰ ਕਰਦਾ ਹੁੰਦਾ, ਕੋਈ ਵੀ ਵਿਅਕਤੀ ਇੱਥੇ ਆਉਂਦਾ ਉਹ ਇਹੀ ਹਮੇਸ਼ਾ ਕਹਿ ਕਿ ਸਾਡੀ ਜ਼ਮੀਨ ਨਹੀਂ ਹੈਗੀ, ਪਰ ਜ਼ਮੀਨਾਂ ਕਰਕੇ ਅਸੀਂ ਇੱਥੇ ਆਉਂਦੇ ਹਾਂ। ਜਦੋਂ ਮੈਡਲ ਲੱਗਦੇ ਹੁੰਦੇ ਨੇ ਕਿ ਆਤੰਕਵਾਦੀ ਨੂੰ ਮੈਡਲ ਲੱਗਦੇ ਹੁੰਦੇ ਨੇ? ਇਹ ਤੁਸੀਂ ਕੁਐਸਚਨ ਬੜਾ ਵਧੀਆ ਕੀਤਾ ਹੈ। ਇਹ ਜਿਹੜਾ ਗੋਦੀ ਮੀਡੀਆ ਇਹ ਤੇ ਗਵਰਨਮੈਂਟ ਨੂੰ ਚਾਹੀਦਾ ਇਹਨਾਂ ਚੀਜ਼ਾਂ ਨੂੰ ਰੋਕਣ ਲਈ, ਤੇ ਇਹਦੇ ਵਿੱਚ ਫਿਰ ਇੱਕ ਕਨਸਪੀਰੇਸੀ ਹੋ ਸਕਦੀ ਹੈ ਵੀ ਇਹਨਾਂ ਨੂੰ ਬਦਨਾਮ ਕੀਤਾ ਜਾਏ ਕਿਸਾਨ ਅੰਦੋਲਨ ਨੂੰ, ਔਰ ਉਹਦਾ ਬੈਸਟ ਵੇ, ਕਿਉਂਕਿ ਇੱਥੇ ਪੰਜਾਬ ਦੇ ਕਿਸਾਨ ਜ਼ਿਆਦਾ ਨੇ, ਜਾਂ ਇੰਡੀਆ ਦੇ ਵਿੱਚ ਕਿਤੇ ਵੀ ਚਲ ਜਾਓ ਤੁਸੀਂ, ਯੂਪੀ 'ਚ ਚਲੇ ਜਾਓ, ਬਿਹਾਰ 'ਚ ਚਲ ਜਾਓ, ਆਂਧਰਾ 'ਚ ਚਲ ਜਾਓ, ਕਿਉਂਕਿ ਪੰਜਾਬ ਦੇ ਵਿੱਚੋਂ ਨਿਕਲ ਕੇ ਬਾਹਰ ਜ਼ਮੀਨਾਂ ਖਰੀਦ ਕੇ ਉੱਥੇ ਇਹਨਾਂ ਨੇ ਆਪਣੇ ਫਾਰਮ ਵੱਡੇ ਵੱਡੇ ਬਣਾਏ ਹੋਏ ਨੇ, ਤੇ ਉੱਥੇ ਵੀ ਇਹ ਜ਼ਿਆਦਾ ਪੱਗਾਂ ਵਾਲੇ ਦਿਖਾਈ ਦੇ ਇਸ ਕਰਕੇ ਕਿਉਂਕਿ ਇਹਨਾਂ ਨੂੰ ਇੱਕ ਬਹਾਨਾ 84 'ਚ ਮਿਲਿਆ ਹੋਇਆ, ਜਿਹੜਾ ਕਿ ਉਸ ਟਾਈਮ ਦੇ ਵਿੱਚ ਇਹਨਾਂ ਨੇ ਜੋ ਬਦਨਾਮੀ ਮੀਡੀਆ ਦੇ ਵਿੱਚ ਜਾਂ ਅਖਬਾਰਾਂ ਦੇ ਵਿੱਚ ਕੀਤੀ, ਉਹਦਾ ਹੀ ਇੱਕ ਕਾਰਨ ਹੈ ਕਿ ਇਹਨਾਂ ਨੇ ਅੱਜ ਵੀ ਇਸ ਨੋਬਲ ਕਾਜ਼ ਨੂੰ ਜਿਹੜਾ ਆ ਉਹ ਮਿਲੀਟੈਂਸੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਬਹੁਤ ਹੀ ਦੁਖਦਾਇਕ ਹੈ। ਇਹਨਾਂ ਦਾ ਕਿਸੇ ਦਾ ਬੱਚਾ ਮੇਰਾ ਹਾਲ ਮੈਨੇ ਨਹੀਂ ਕੋਈ ਵੀ ਹੈਗਾ ਵੀ ਜਿਹੜਾ ਉੱਥੇ ਸਰਹੱਦ ਦੇ ਉੱਤੇ, ਮੈਂ 40 ਸਾਲ ਚਾਈਨਾ ਬਾਰਡਰ ਦੇ ਉੱਤੇ ਰਿਹਾ ਤੇ ਗਲੈਂਟਰੀ ਮੈਡਲ ਵੀ ਲਏ ਨੇ ਰਾਸ਼ਟਰਪਤੀ ਦੇ। ਏਸ਼ੀਅਡ ਦੇ ਵਿੱਚ ਵੀ ਮੈਨੇ ਇੱਥੇ ਗਲੈਂਟਰੀ ਮੈਡਲ ਲਿਆ ਸੀ ਜਦੋਂ ਇੱਥੇ ਏਸ਼ੀਅਨ ਗੇਮ ਦੇ ਵਿੱਚ ਵੀ। ਤੇ ਇਹ ਜਿਹੜਾ ਆ ਇਹ ਇੱਕ ਕਿਸਮ ਦਾ ਕਿਸੇ ਕਮਿਊਨਿਟੀ ਨੂੰ ਬਦਨਾਮ ਕਰਨਾ, ਕਿਸਾਨ ਨੂੰ ਬਦਨਾਮ ਕਰਨਾ, ਇਹ ਇਹਨਾਂ ਨੇ ਇੱਕ ਬਣਾਇਆ ਹੋਇਆ ਹੈ ਵੀ ਆਪਾਂ ਜਿਹੜੀ ਮਾਈਨੋਰਟੀ ਕਮਿਊਨਿਟੀ ਨੇ ਉਹਨਾਂ ਨੂੰ ਦਬਾਉਣਾ ਹੈਗਾ। ਮੇਰਾ ਇਹ ਖਿਆਲ ਹੈਗਾ। ਸਰ ਮੈਂ ਜਿਵੇਂ ਪਹਿਲਾਂ ਜ਼ਿਕਰ ਕਰ ਰਿਹਾ ਸੀ, ਪਹਿਲਾਂ ਵੀ ਆਪਾਂ ਦੇਖਿਆ ਸਿੱਖ ਜਿਹੜਾ ਸਿੱਖ ਰੈਜੀਮੈਂਟ ਹੋ ਗਈਆਂ ਬਾਰਡਰ 'ਤੇ ਲੱਗੀਆਂ ਹੋਈਆਂ ਨੇ। ਜਦੋਂ ਪਹਿਲਾਂ ਸਿੱਖ ਕੋਈ ਉੱਥੇ ਜਾ ਕੇ ਕਿਸੇ ਦੀ ਆਪਾਂ ਕਿ ਸ਼ਹੀਦ ਹੋ ਜਾਂਦਾ, ਸਰਕਾਰ ਸ਼ਹੀਦ ਕਹਿੰਦੇ ਨੇ, ਲੋਕ ਸ਼ਹੀਦ ਕਹਿੰਦੇ ਨੇ, ਲੋਕਾਂ ਦੇ ਅੱਖਾਂ 'ਚ ਹੰਝੂ ਆ ਜਾਂਦੇ ਨੇ। ਜਦੋਂ ਅਸੀਂ ਹੱਕ ਮੰਗਦੇ ਹਾਂ ਇੱਥੇ ਆ ਕੇ, ਕਿਸਾਨ ਹੱਕ ਮੰਗਦੇ ਨੇ, ਆਤੰਕਵਾਦੀ ਕਹਿ ਦਿੱਤਾ ਜਾਂਦਾ। ਤਾਂ ਲੱਗਦਾ ਕਿ ਸਰਕਾਰ ਕਹਿ ਲਈ ਜਾਂ ਗੋਦੀ ਮੀਡੀਆ ਇਸ ਚੀਜ਼ ਤੋਂ ਬਾਜ਼ ਨਹੀਂ ਆ ਰਿਹਾ। ਮੈਂ ਪਹਿਲਾਂ ਹੀ ਜਿਵੇਂ ਕਹਿ ਦਿਆਂ ਕਿ ਤੁਸੀਂ ਮੈਡਲ ਜਿੱਤੇ ਹੋਏ ਨੇ, ਤੁਸੀਂ ਦੇਸ਼ ਦੇਸ਼ ਦੀ ਸੇਵਾ ਕੀਤੀ ਹੋਈ ਹੈ, ਜਦੋਂ ਤੁਸੀਂ ਆਪਦਾ ਹੱਕ ਮੰਗਣ ਲੱਗ ਪੈਂਦੇ ਹੋ ਫਿਰ ਇਸ ਤਰੀਕੇ ਨਾਲ ਸਲੂਕ ਕਿਉਂ ਕੀਤਾ ਜਾਂਦਾ? ਉਹ ਹੁਣ ਤੁਸੀਂ ਦੇਖ ਰਹੇ ਹੋ ਨਾ ਵੀ ਇਹ ਗੋਦੀ ਮੀਡੀਆ ਜਿਹੜਾ ਆ ਇਹ ਗਵਰਨਮੈਂਟ ਨੂੰ ਫੋਲੋ ਕਰਦਾ ਹੈਗਾ, ਜਦੋਂ ਕਿ ਇਹ ਚੌਥਾ ਸਤੰਭ ਹੈ, ਇਹਨੂੰ ਇੰਡੀਪੈਂਡੈਂਟ ਰਹਿਣਾ ਚਾਹੀਦਾ ਆ। ਤੁਸੀਂ ਹੁਣ ਅਫਸਰ ਹੈਗੇ ਹੋ, ਕਿੰਨਾ ਖਤਰਨਾਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਲੋਕਤੰਤਰ ਵਾਸਤੇ ਗੋਦੀ ਮੀਡੀਆ ਕਿੰਨਾ ਖਤਰਨਾਕ ਹੈ? ਇਹ ਦੇਖੋ, ਇਹ ਆਉਣ ਵਾਲਾ ਸਮਾਂ ਤੇ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਇਹ ਬਹੁਤ ਮਤਲਬ ਉਹਨੂੰ ਐਕਸਪਲੇਨ ਕਰਨਾ ਬੜਾ ਮੁਸ਼ਕਲ ਹੈਗਾ ਦੇਸ਼ ਵਾਸਤੇ। ਬਿਲਕੁਲ ਵਿਆਖਿਆ ਨਹੀਂ ਕੀਤੀ ਜਾ ਸਕਦੀ ਨਾ, ਇਟ ਕੈਨੋਟ ਬੀ ਐਕਸਪਲੇਨ। ਤੇ ਆਮ ਲੋਕ ਜਿਵੇਂ ਧਰਨੇ ਦੇ ਇੱਥੇ ਬੈਠੇ ਨੇ, ਕਿਸ ਤਰ੍ਹਾਂ ਤੁਸੀਂ ਇੱਥੇ ਆਏ ਹੋ? ਮੈਂ ਜਿਵੇਂ ਹੁਣ ਸਰ ਵੀ ਕਹਿ ਰਹੇ ਸੀ ਕਿ ਸਾਡਾ ਆਪਦਾ ਜ਼ਮੀਨ ਹੈਗਾ, ਸਾਨੂੰ ਵੀ ਆ ਭਿੱਖ ਕੀ ਗਵਾਉਣ ਵਾਲੇ ਬੱਚੇ ਕੀ ਕਹਿਣਗੇ, ਤੁਸੀਂ ਸੁੱਤੇ ਪਏ ਸੀ ਉਸ ਸਮੇਂ, ਤੁਸੀਂ ਇੱਥੇ ਆਏ ਹੋ, ਕਾਰਨ ਕੀ ਆਉਂਦਾ? ਜ਼ਮੀਨ ਨਹੀਂ ਸੌਣ ਦਿੰਦਾ ਕਿ ਵਾਕਈ ਸਵਾਲ ਹੋਣਗੇ ਬੱਚਿਆਂ ਵੱਲੋਂ ਜਦੋਂ ਭਵਿੱਖ 'ਚ ਜਾ ਕੇ? ਬੱਚਿਆਂ ਨੂੰ ਹੁਣ ਜੇ ਇੱਕ ਚੀਜ਼ ਖੋਲੀ ਜਾਏ, ਤੁਹਾਡਾ ਘਰ ਹੀ ਖੋਲਿਆ ਜਾਏ, ਤੇ ਬੱਚੇ ਨੇ ਤਾਂ ਕਹਿਣਾ ਵੀ ਉਦੋਂ ਤੁਸੀਂ ਉੱਠੇ ਕਿਉਂ ਨਹੀਂ, ਆਪਣਾ ਲੜਾਈ ਕਿਉਂ ਨਹੀਂ ਕੀਤੀ? ਜਿਸ ਤਰ੍ਹਾਂ ਤੁਸੀਂ ਹੁਣ ਇੱਕ ਐਗਜ਼ਾਮਪਲ ਦੇਸ਼ ਦੀ ਲੈ ਲਓ, ਦੇਸ਼ ਗੁਲਾਮ ਕਿਉਂ ਹੋਇਆ? ਜੋ ਇੱਥੇ ਦੇ ਬਸ਼ਿੰਦੇ ਸੀ ਜੇ ਉਦੋਂ ਖੜੇ ਹੋ ਜਾਂਦੇ, ਉੱਠ ਕੇ ਖੜੇ ਹੋ ਜਾਂਦੇ, ਤੇ ਕਦੀ ਦੇਸ਼ ਗੁਲਾਮ ਹੀ ਨਹੀਂ ਹੋਣਾ ਹੈਗਾ। ਤੇ ਇਹ ਵੀ ਤਾਂ ਇੱਕ ਚੀਜ਼ ਵਿੱਚ ਆ ਜਾਂਦੀ ਹੈ ਨਾ। ਤੇ ਤੁਸੀਂ ਬਹਾਦਰ ਰਹੋਗੇ, ਤੁਸੀਂ ਆਪਣੀ ਰਾਈਟ ਲਈ ਲੜੋਗੇ ਤਾਂ ਹੀ ਆਪਣੇ ਆਪ ਨੂੰ ਬਚਾ ਪਾਓਗੇ ਨਾ। ਵੀ ਹੱਕ ਲੈਣ ਲਈ ਤਾਂ ਸਾਨੂੰ ਲੜਨਾ ਹੀ ਪੈਣਾ, ਹਰ ਚੀਜ਼ ਲਈ ਲੜਨਾ ਪੈਂਦਾ ਹੈ। ਇਹ ਕੁਦਰਤ ਦਾ ਅਸੂਲ ਹੈਗਾ ਆ, ਠੀਕ ਹੈ। ਜਿਹਨੇ ਜੋ ਵੀ ਇਸ ਕੁਦਰਤ ਨੇ ਚੀਜ਼ ਇੱਥੇ ਬਣਾਈ ਹੈ ਉਹਨੂੰ ਲੈਣ ਵਾਸਤੇ ਤੁਹਾਨੂੰ ਲੜਾਈ ਕਰਨੀ ਪੈਂਦੀ ਹੈ, ਚਾਹੇ ਦੇਸ਼ ਟੂ ਦੇਸ਼ ਹੋ, ਕਿਉਂਕਿ ਪਰਮਾਤਮਾ ਨੇ ਤੇ ਸਾਰੀ ਧਰਤੀ ਬਣਾਈ ਆ, ਇਨਸਾਨ ਨੇ ਉਹਨੂੰ ਦੇਸ਼ਾਂ 'ਚ ਵੰਡਿਆ। ਅਮਰੀਕਾ ਹੋ ਗਿਆ, ਚਾਈਨਾ ਹੋ ਗਿਆ, ਇੰਡੀਆ ਹੋ ਗਿਆ, ਪਾਕਿਸਤਾਨ ਹੋ ਗਿਆ, ਇਹਨੂੰ ਕਿਹਨੇ ਵੰਡਿਆ? ਇਨਸਾਨ ਨੇ ਵੰਡਿਆ। ਤੇ ਫਿਰ ਜਦੋਂ ਦੂਜੇ ਦੀ ਚੀਜ਼ ਨੂੰ ਲੈਣਾ ਹੋਣਾ ਤੇ ਫਿਰ ਤੁਹਾਨੂੰ ਲੜਾਈ ਤਾਂ ਕਰਨੀ ਪੈਣੀ ਆ। ਜੇ ਆਪਾਂ ਦੇਖਦੇ ਹੁੰਦੇ ਆ ਵੀ ਨੌਜਵਾਨ ਵੀ ਖੜੇ ਨੇ ਬਾਰਡਰ ਤੇ ਜਾ ਕੇ, ਹੁਣ ਆਪਣਾ ਹਿੱਸਾ ਜਦ ਉਹ ਦੇਸ਼ ਨਹੀਂ ਛੱਡਦਾ, ਆਪਾਂ ਕਦੋਂ ਆਪਣਾ ਹਿੱਸਾ ਛੱਡ ਦਈਏ? ਨਾ ਹਿੰਦੁਸਤਾਨ ਛੱਡ ਪਾਉਂਦਾ, ਨਾ ਚਾਈਨਾ ਛੱਡ ਪਾਉਂਦਾ। ਹਾਂ, ਤੇ ਉਹ ਇਹ ਤੇ ਪੋਲੀਟੀਕਲ ਗੇਮ ਹੁੰਦੀ ਆ ਨਾ ਤੁਹਾਡੀ, ਵੀ ਕਿਸ ਤਰ੍ਹਾਂ ਕਰਨਾ ਹੈਗਾ, ਠੀਕ ਆ। ਇਹਨਾਂ ਨੂੰ ਸਮਝਣਾ ਬੜਾ ਮੁਸ਼ਕਲ ਹੈ, ਸਾਡੇ ਸਮਝੇ ਤੋਂ ਬਹੁਤ ਦੂਰ ਨੇ, ਠੀਕ ਆ, ਰਾਜਨੀਤੀ ਪਾਰਟੀਆਂ ਵਾਲੇ। ਬਿਲਕੁਲ। ਇਹ ਤੇ ਮੈਂ ਕਿਸਾਨਾਂ ਨੂੰ ਬਹੁਤ ਧੰਨਵਾਦ ਕਰਨਾ ਵੀ ਇਹਨਾਂ ਨੇ ਇਹਨੂੰ ਨਾਨ ਪੋਲੀਟੀਕਲ ਮੂਵ ਰੱਖਿਆ। ਜੇ ਪੋਲੀਟੀਕਲ ਹੁੰਦਾ ਤਾਂ ਹੁਣ ਤੱਕ ਸ਼ਾਇਦ ਇਹ ਖਤਮ ਹੋ ਜਾਂਦਾ। ਹਾਂ, ਵੀ ਯਕੀਨ ਨਹੀਂਗਾ ਪੋਲੀਟੀਸ਼ੀਅਨ ਬੰਦਿਆਂ ਦੇ ਲੱਗਦਾ। ਕਿਉਂ ਤੁਸੀਂ ਦੇਖਣ ਡਏ ਹੋ, ਕਦੀ ਯਕੀਨ ਵਾਲਾ ਕੰਮ ਹੀ ਨਹੀਂ ਹੈ। ਤੁਸੀਂ ਸਾਰਾ ਪਿੱਛੇ ਹਿਸਟਰੀ ਸਾਰੀ ਦੀ ਸਾਰੀ ਦੇਖ ਲਓ। ਤੁਸੀਂ ਕਿੰਨੇ ਪ੍ਰੋਮਿਸਸ ਜਦੋਂ ਪੰਜਾਬ 47 'ਚ ਵੰਡਿਆ, ਕਿੰਨਿਆਂ ਨੇ ਪ੍ਰੋਮਿਸਸ ਕੀਤੇ ਆ, ਕੋਈ ਇੰਪਲੀਮੈਂਟ ਹੋਇਆ? ਤੁਹਾਡਾ ਨਹੀਂ ਹੋਇਆ, ਕਿਉਂਕਿ ਇਹ ਪੋਲੀਟੀਸ਼ੀਅਨ ਜਿਹੜੀ ਆ ਕੁਛ ਹੱਥਾਂ ਦੇ ਵਿੱਚ ਹੈਗੀ ਆ। ਕਾਮਨਵਾਦ ਵਿੱਚ ਤਾਂ ਇਹਨੂੰ ਤੇ ਵੋਟ ਪਾਉਣੀ ਆ ਵਿਚਾਰੇ ਨੇ, ਸਵਾਏ ਸ਼ਾਸਤਰੀ ਚੋਂ ਜਾਂ ਕੋਈ ਗਿਣੇ ਚੁਣੇ ਲੋਕ ਨੇ ਜਿਹੜੇ ਕਾਮਨ ਚੋਂ ਨਿਕਲ ਕੇ ਬਣੇ ਨੇ, ਔਰ ਉਹਨਾਂ ਦਾ ਕੋਈ ਸਵਾਰਥ ਨਹੀਂ ਹੈਗਾ, ਉਹ ਦੇਸ਼ ਲਈ ਕੰਮ ਕੀਤਾ ਇਹ ਉਹਨਾਂ ਨੇ। ਜਿਸ ਇੱਕ ਨਾਲ ਜਵਾਨ ਜੋ ਹੈਗਾ ਉਹ ਬਾਰਡਰ ਤੇ ਡਟਿਆ ਹੋਇਆ, ਤੇ ਪਿਤਾ ਜਿਹੜਾ ਕਿਸਾਨ ਇੱਥੇ ਬੈਠਾ ਹੋਇਆ ਹੱਕ ਮੰਗਣ ਵਾਸਤੇ। ਹੁਣ ਬਾਰਡਰ ਦੇ ਨੌਜਵਾਨ ਵੀ ਆਪਾਂ ਦੇਖਦੇ ਅਲੱਗ-ਅਲੱਗ ਤਰੀਕੇ ਨਾਲ ਕਹਿ ਵੀ ਰਹੇ ਨੇ ਕਿ ਜੋ ਹੱਕ ਉਹਨੂੰ ਦੇਣਾ ਚਾਹੀਦਾ।
ਤਾਂ ਲੱਗਦਾ ਕਿ ਹੁਣ ਤਾਂ ਸਾਰੇ ਵਰਗ ਇਕੱਠਾ ਹੋ ਗਿਆ, ਤੁਸੀਂ ਵੀ ਆ ਗਏ, ਪੁਲਿਸ ਵਾਲੇ ਵੀ ਆ ਗਏ ਨੇ, ਫੌਜੀ ਵੀ ਹੋ ਕੇ ਜਾਂਦੇ ਨੇ, ਐਡਵੋਕੇਟ ਵੀ ਆ ਜਾਂਦੇ ਨੇ, ਸਾਰਾ ਵਰਗ ਇੱਥੇ ਹੋ ਕੇ ਜਾ ਰਿਹਾ ਬਿਨਾਂ ਸਵਾਰਥ ਤੋਂ, ਕਿਸੇ ਤੋਂ ਕੋਈ ਸਵਾਰਥ ਨਹੀਂ ਹੈਗਾ। ਫਿਰ ਲੱਗਦਾ ਸਰਕਾਰਾਂ ਨੂੰ ਕੰਨਾਂ ਵਿੱਚ ਗੂੰਜ ਕਿਉਂ ਨਹੀਂ ਪੈਂਦੀ, ਕਿ ਗੂੰਜ ਪੈਂਦੀ ਹੈ ਪਰ ਜਾਣ ਬੁੱਝ ਕੇ ਸੁਣਨਾ ਨਹੀਂ ਚਾਹੁੰਦੀਆਂ, ਵੀ ਸਾਨੂੰ ਸੁਣਾਈ ਨਾ ਦੇਵੇ, ਕੰਨਾਂ ਦੇ ਉੱਤੇ ਹੱਥ ਰੱਖ ਲੈਣੇ ਉਹਨਾਂ ਨੇ। ਕਿਸਾਨ ਨੂੰ ਤਾਂ ਯਾਰ ਸ਼ੁਰੂ ਤੋਂ ਜਦੋਂ ਦਾ ਇਹ ਧਰਤੀ ਬਣੀ ਆ ਉਦੋਂ ਤੋਂ ਕਿਸੇ ਨੇ ਨਹੀਂ ਸੁਣਿਆ ਹੈਗਾ। ਉਧਰ ਸ਼ਾਹੂਕਾਰ ਕਦੀ ਉਹਨੂੰ ਤੰਗ ਕਰਦਾ, ਕਦੀ ਕੋਈ ਕਰਦਾ, ਕਦੀ ਵੱਟ ਨਾਲ ਲੜਾਈ ਹੋ ਜਾਂਦੀ ਹੈ। ਤੇ ਇਹ ਤਾਂ ਫਿਰ ਇੱਕ ਪੋਲੀਟੀਕਲ ਸਿਸਟਮ ਆ, ਇਹ ਚੀਜ਼ਾਂ ਤੇ ਹੋਣੀਆਂ ਹੀ ਹੁੰਦੀਆਂ ਨੇ। ਬਟ ਜਿਸ ਵੇ ਦੇ ਨਾਲ ਕਿਸਾਨ ਦੇਸ਼ ਦੇ ਉੱਠੇ ਨੇ ਨਾ, ਇਹਨਾਂ ਨੇ ਇੱਕ ਸਟਾਪ ਲਾਇਆ ਵੀ ਹੁਣ ਅੱਗੇ ਨਹੀਂ ਹੋ ਸਕਦਾ। ਦੇ ਡਿਜ਼ਰਵ ਆਲ ਪ੍ਰੇਜ਼। ਸਰ ਮੇਰਾ ਇੱਕ ਆਖਰੀ ਸਵਾਲ ਇਹੀ ਹੈ, ਤੁਸੀਂ ਆਫਿਸ 'ਚ ਰਹਿ ਚੁੱਕੇ ਹੋ, ਦੇਸ਼ ਦੀ ਸੇਵਾ ਕਰ ਚੁੱਕੇ ਹੋ, ਅਸੀਂ ਬਾਰ-ਬਾਰ ਇਹ ਚੀਜ਼ਾਂ ਕਹਿੰਦੇ ਹਾਂ ਕਿ ਸਾਰੇ ਜੋ ਵੀ ਬੈਠੇ ਨੇ ਆਪਦਾ ਹੱਕ ਮੰਗਣ ਲਈ ਬੈਠੇ ਨੇ, ਕਿਉਂਕਿ ਸਾਡਾ ਫਰਜ਼ ਹੁੰਦਾ ਮੀਡੀਆ ਦਾ ਦਿਖਾਉਣਾ ਕਿ ਸਹੀ ਤੇ ਬਿਲਕੁਲ ਨਿਰਪੱਖ ਖਬਰ ਦਿਖਾਈ ਜਾਵੇ। ਤੁਸੀਂ ਵਾਕਈ ਇਹਨਾਂ ਨੂੰ ਆਤੰਕਵਾਦੀ ਮੰਨਦੇ ਹੋ? ਇਹਨਾਂ ਨੂੰ ਖਤਮ ਕੀਤਾ ਜਾਵੇ, ਆਤੰਕਵਾਦੀ ਖਤਮ ਕੀਤਾ ਜਾਵੇ, ਇਹਨਾਂ ਨੂੰ ਜਾਤਾਂ ਵਿੱਚ ਵੰਡ ਦਿੱਤਾ ਜਾਵੇ, ਕੋਈ ਬੰਦੇ ਫਿੱਟ ਕਰ ਦਿੱਤੇ ਜਾਣ, ਵੀ ਧਰਨਾ ਖਤਮ ਕਰਨਾ ਕਿਵੇਂ ਨਾ ਕਿਵੇਂ। ਚਲੋ ਤੇ ਹਰ ਆਦਮੀ ਕੋਸ਼ਿਸ਼ ਜਿਹੜਾ ਇਹਨਾਂ ਨਾਲ ਸਾਥ ਦੇ ਰਿਹਾ, ਉਹ ਸਭ ਨਾਲੋਂ ਵੱਡੀ ਗੱਲ ਹੈ। ਸ਼ਾਇਦ ਪ੍ਰਮਾਤਮਾ ਉਹਨਾਂ ਨਾਲ ਕਿਸੇ ਟਾਈਮ ਦੇ ਵਿੱਚ ਨਾ ਹੋਵੇ ਔਰ ਸਾਰਾ ਪ੍ਰਮਾਤਮਾ ਇਹਨਾਂ ਦੇ ਨਾਲ ਹੋਵੇ। ਜਿੱਤ ਹੋਏਗੀ ਪੱਕੀ ਮੇਰੇ ਹਿਸਾਬ ਨਾਲ ਹੋਣਾ, ਕਿਉਂਕਿ ਇਹ ਮੂਵਮੈਂਟ ਜਿਹੜੀ ਆ ਨਾ, ਕੋਈ ਵੀ ਮੂਵਮੈਂਟ ਕੋਈ ਵਰਲਡ ਦੀ ਲੈ ਲਓ, ਤੁਸੀਂ ਫ੍ਰੈਂਚ ਰੈਵੋਲੂਸ਼ਨ ਲੈ ਲਓ, ਰਸ਼ੀਅਨ ਰੈਵੋਲੂਸ਼ਨ ਲੈ ਲਓ, ਤੁਸੀਂ ਉੱਥੇ ਕੀ ਨਹੀਂ ਹੋਇਆ, ਸਭ ਕੁਝ ਇਹ ਪੀਸਫੁਲ ਤੇ ਸਾਡੇ ਦੇਸ਼ 'ਚ ਤੇ ਪੀਸਫੁਲ ਹੀ ਕੰਮ ਚੱਲਦਾ ਰਿਹਾ। ਤੁਸੀਂ 47 ਦਾ ਲੈ ਲਓ, ਪੀਸਫੁਲ ਚੱਲਿਆ, ਉਹਦੇ ਬਾਅਦ ਨੌਨ ਕੋਆਪਰੇਸ਼ਨ ਚਲਾ ਦਿਓ, ਕੁਛ ਨਾ ਕੁਛ ਤੇ ਹੋਏਗਾ ਹੀ ਨਾ। ਇਹ ਹੁਣ ਮਤਲਬ ਇਹ ਹੋ ਗਿਆ ਵੀ ਜਦੋਂ ਮਰਜ਼ੀ ਆਪਣਾ ਜੋ ਮਰਜ਼ੀ ਕਰੀ ਜਾਓ, ਉਹਦੇ ਉੱਤੇ ਆ ਕੇ ਇਹਨਾਂ ਨੇ ਸਟਾਪ ਲਾਇਆ ਕਿਸਾਨਾਂ ਨੇ। ਪਹਿਲੀ ਵਾਰ ਇਤਿਹਾਸ ਹੋਇਆ, ਮੈਂ ਉੱਥੇ ਗੱਲ ਕਰਦਾ ਪੰਜਾਬ ਦੇ ਲੋਕਾਂ ਨਾਲ, ਕਹਿੰਦੇ ਅਸੀਂ ਸ਼ਾਂਤਪੂਰਵਕ ਅਸੀਂ ਬੈਠੇ ਹਾਂ, ਇਤਿਹਾਸ 'ਚ ਪਹਿਲੀ ਵਾਰ ਸ਼ਾਇਦ ਹੋਇਆ, ਨਹੀਂ ਤਾਂ ਕਹਿੰਦੇ ਵੀ ਪਿੱਕੇ ਹੋਰ ਵੀ ਬਹੁਤ ਹੈਗੇ ਨੇ, ਉਹ ਜਮਾਨੇ ਨਹੀਂ ਅਸੀਂ। ਨਹੀਂ, ਉਹ ਪੰਜਾਬ ਦਾ ਇਤਿਹਾਸ ਤੁਸੀਂ ਵੇਖੋ, 10th ਗੁਰੂ ਸਾਹਿਬ, ਪਹਿਲੇ 5 ਗੁਰੂ ਸਾਹਿਬ ਤੋਂ ਪੀਸਫੁਲ ਹੀ ਚੱਲੇ ਨੇ ਨਾ, ਸ਼ਹਾਦਤਾਂ ਦਿੱਤੀਆਂ ਉਹਨਾਂ, ਤਵੀਆਂ ਤੇ ਚੜੇ ਆ ਉੱਤੇ ਦੇ 10th ਗੁਰੂ ਸਾਹਿਬ ਨੇ ਫਿਰ ਆ ਕੇ ਤੁਸੀਂ ਨਿਰੀ ਭਗਤੀ ਨਾਲ ਵੀ ਜ਼ਿੰਦਗੀ ਨਹੀਂ ਨਾ ਕੱਢ ਸਕਦੇ ਹੋ, ਠੀਕ ਆ। ਉਹਦੇ ਨਾਲ ਸ਼ੂਰਬੀਰਤਾ ਵੀ ਚਾਹੀਦੀ ਆ, ਤੇ ਜੇ ਸ਼ੂਰਬੀਰਤਾ ਹੁੰਦੀ ਉਦੋਂ ਜਦੋਂ ਦੇ ਸਾਡਾ ਦੇਸ਼ ਆਜ਼ਾਦ ਰਿਹਾ ਮੁਗਲਾਂ ਤੋਂ, ਪਠਾਣਾ ਤੋਂ, ਜੇ ਉਦੋਂ ਸ਼ੂਰਬੀਰਤਾ ਹੁੰਦੀ ਤਾਂ ਆਉਂਦਾ ਹੀ ਨਾ। ਜਦੋਂ ਸ਼ੂਰਬੀਰਤਾ ਆਈ ਆ ਉਦੋਂ ਖਤਮ ਹੋ ਗਿਆ, ਸਾਰੇ ਠੱਲ ਪਾਣੀ ਸ਼ੁਰੂ ਕਰਤੇ ਉਦੋਂ, ਤੇ ਉਹ ਮੁਗਲ ਰਾਜ ਖਤਮ ਹੋ ਗਿਆ। ਗੁਰੂ ਨਾਨਕ ਤੋਂ ਮੁਗਲ ਰਾਜ ਸ਼ੁਰੂ ਹੋਇਆ ਸੀ, ਬਾਬਰ ਤੋਂ, ਔਰੰਗਜ਼ੇਬ 'ਚ 10th ਗੁਰੂ ਨਾਲ ਖਤਮ ਹੋ ਗਿਆ, ਕਿਉਂਕਿ ਉਹਨਾਂ ਨੇ 5 ਗੁਰੂਆਂ ਨੇ ਸ਼ਾਂਤੀ ਨਾਲ ਹੀ ਸਾਰਾ ਕੁਝ ਚੱਲਿਆ ਨਾ। ਸ਼ਾਂਤੀ ਤੋਂ ਬਾਅਦ ਉਹਨਾਂ ਨੇ ਵੇਖਿਆ ਗੱਲ ਨਹੀਂ ਬਣ ਰਹੀ ਹੈਗੀ, ਇਹਨਾਂ 'ਚ ਹੁਣ ਸ਼ੂਰਵੀਰਤਾ ਪਾਈ ਜਾਏ, ਤੇ ਸ਼ੂਰਵੀਰਤਾ ਪਾਈ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਹੋ ਗਿਆ ਤੇ ਹੋ ਗਿਆ। ਪਹਿਲਾਂ ਜਿਵੇਂ ਕਹਿੰਦੇ ਨੇ ਕਿ ਕਲਮਾ ਨਾਲ ਫਿਰ ਬੰਦੇ ਦਾ ਵਾਦ ਕਰਦਾ, ਉਹ ਆ ਨਾ, ਉਹ ਜਦੋਂ ਨਾ ਬੰਦਾ ਸਮਝੇ ਤੇ ਫਿਰ ਤਿੰਨੇ ਚੀਜ਼ਾਂ ਅਪਣਾਉਣੀਆਂ। ਤੇ ਨਾਲੇ ਪੰਜਾਬ ਦਾ ਇਤਿਹਾਸ ਰਿਹਾ, ਜਿੰਨੀਆਂ ਵੀ ਮੂਵਮੈਂਟਸ ਚੱਲੀਆਂ ਨੇ ਉਹ ਪੀਸਫੁਲੀ ਚੱਲੀਆਂ ਨੇ ਸਾਰੀਆਂ, ਔਰ ਅੰਤ ਦੇ ਵਿੱਚ ਜਦੋਂ ਅਖੀਰ ਦੇ ਵਿੱਚ ਅਲਟੀਮੇਟ ਹੋ ਗਿਆ, ਉਦੋਂ ਫਿਰ ਤੁਹਾਡਾ ਦੂਜੇ ਤਰੀਕੇ ਨਾਲ ਹੋਇਆ, ਠੀਕ ਹੈ। ਹਾਂ, ਜਦੋਂ ਸਾਰੀ ਗੱਲਬਾਤ ਸੁਣੀ, ਮੈਂ ਪਹਿਲਾਂ ਹੀ ਜਿਵੇਂ ਜ਼ਿਕਰ ਕਰਦਾ ਹੁੰਦਾ ਕਿ ਜਦੋਂ ਸਾਰੇ ਆਪ ਮੁਹਾਰੇ ਇਕੱਠੇ ਹੋ ਜਾਂਦੇ ਨੇ ਤਾਂ ਠੱਲ ਪਾਣਾ ਹਾਕਮਾਂ ਵਾਸਤੇ ਬਹੁਤ ਹੀ ਔਖਾ ਹੋ ਜਾਂਦਾ ਹੈ। ਦੇਸ਼ ਦੀ ਸੇਵਾ ਕੀਤੀ, ITBP 'ਚੋਂ ਇਹ ਰਿਟਾਇਰ ਹੈਗੇ ਨੇ। ਹੁਣ ਦੇਖਾਂਗੇ ਅੱਗੇ ਜਾ ਕੇ ਕੀ ਸਰਕਾਰਾਂ ਮੰਨਦੀਆਂ ਨੇ। ਹੁਣ ਇਹ ਨਹੀਂ ਕਹਿ ਸਕਦੇ ਕਿ ਇੱਥੇ ਸਾਰੇ ਆਤੰਕਵਾਦੀ ਬੈਠੇ ਨੇ। ਹੁਣ ਤਾਂ ਜਿਨ੍ਹਾਂ ਨੇ ਮੈਡਲ ਜਿੱਤੇ ਨੇ, ਜਿਨ੍ਹਾਂ ਨੇ ਖੁਦ ਇੰਨੇ ਵੱਡੇ ਵੱਡੇ ਤਮਕੇ ਜਿੱਤੇ ਹੋਏ ਨੇ, ਸੈਂਟਰ ਸਰਕਾਰ, ਕੇਂਦਰ ਸਰਕਾਰ ਨੇ ਦਿੱਤੇ ਹੋਏ ਨੇ, ਹੁਣ ਵੀ ਕੋਈ ਮੀਡੀਆ ਕਹੇਗਾ ਤਾਂ ਮਾੜੀ ਮੋਟੀ ਸ਼ਰਮ ਕਰ ਲਵੇ। ਤੁਸੀਂ ਖੁਦ ਚੀਜ਼ਾਂ ਦੇਖ ਰਹੇ ਹੋ ਕਿ ਆਪ ਮਾਰੇ ਚੱਲ ਕੇ ਫੌਜੀ ਹੋ ਗਏ, ਪੁਲਿਸ ਵਾਲੇ ਹੋ ਗਏ, ਜੋ ਰਿਟਾਇਰ ਨੇ, ਜਿਨ੍ਹਾਂ ਨੂੰ ਵੱਡੇ ਵੱਡੇ ਇਨਾਮਾਂ ਨਾਲ, ਜਿਨ੍ਹਾਂ ਨੂੰ ਵੱਡੇ ਵੱਡੇ ਦਰਜਿਆਂ ਨਾਲ ਨਵਾਜਿਆ ਗਿਆ, ਕੇਂਦਰ ਸਰਕਾਰ ਨੇ ਖੁਦ ਇਹਨਾਂ ਨੂੰ ਨਵਾਜਿਆ, ਬੁਲਾ ਕੇ ਮੈਡਲ ਦਿੱਤੇ ਨੇ। ਜੇ ਹੁਣ ਵੀ ਇਹਨਾਂ ਨੂੰ ਆਤੰਕਵਾਦੀ ਕਹੋਗੇ ਤਾਂ ਇਸ ਚੀਜ਼ ਦੀ ਸ਼ਰਮ ਖਾਇਆ ਜੇ। ਤਾਂ ਜਿਹੜੀ ਇੱਕ ਮੂਵਮੈਂਟ ਚੱਲੀ ਹੈ, ਕਿਤੇ ਨਾ ਕਿਤੇ ਇਸ ਚੀਜ਼ ਦਾ ਅੰਤ ਜ਼ਰੂਰ ਹੋਏਗਾ, ਕਿਤੇ ਨਾ ਕਿਤੇ ਕਿਸਾਨ ਆਪਦੇ ਹੱਕ ਲੈ ਕੇ ਉਹ ਜ਼ਰੂਰ ਮੁੜਨਗੇ।